ਵਾਹਿਗੁਰੂ ਸਾਹਿਬ ਜੀ। ਪੰਜ ਪਰਵਾਨ ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ। ਪੰਜ ਪਰਵਾਨ ਪੰਜ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ। पंच सोहेंद्र राजान, पंचा का गुर एक ध्यान। जे को कह करे विचार, कर दे के करने नाई सुमार। धोल धर्म दया का पूत, संतोख थाप रखया जिन सोत। जे को बूझे होवे सतियार, सावले ऊपर कहते पार। धरती होर पड़े होर होर, तिस्ते पार तले कमन जोर। जी जात रंगा के नाव, सबना लिखिया बूढ़ी कलाम। जो लेखा लिख जाने कोई, लेखा लिखिया कहता होय। कहता दान सवालियो रूप, कहती दात जाने कौन पूत। सीता पसाओ एक कवाहो, तिस्ते होए लख दरियाओ। कुदरत कमन का विचार, वाया न जावे एक बार। जो तुझ पावे साई परिकार, तू सदा सलामत निरंकार। जो तुझ पावे साई परिकार, तू सदा सलामत निरंकार। वाहिगुरू जी का खालसा, वाहिगुरू जी की फतेह। परम सत्कार जो गुरु सतगुरां दी साजी नवाजी होई। गुरु रूप गुरु खालसा साध संगत जीओ। सतगुरु महाराज छेवें पातशाह श्री गुरु हरगोबिंद साहिब जी, मेरी पीरी दे मालक, सतगुरां दे दरबार विच हाजरियां भर के सर्व आशा पूर्ण करने वाली अमृतमयी बाणी श्री आसा जी दी वार दे शब्द कीर्तन का आनंद माणिया है। अज महान शहीद गुरु घर दे श्रोमणी जरनैल, सर्व शक्तियां दे मालक श्रीमान बाबा दीप सिंह जी शहीद का प्रकाश दिहाड़ा है। अज वाले दिन बाबा दीप सिंह जी ने पिंड पहुविंड जिला अमृतसर माता जीवनी जी की कुख तो पिता भाई भगता जी के गृह विखे जन्म लिया। ऐसिया रूहां संसार ते कदी कदी आउंदियां हन। जन्म मरण दोहू मैं नाही, जन पर उपकारी आए। जी दान दे भगती लाइन, हर स्यों लैन मिलाए। बाबा दीप सिंह जी, उन्हां दा नाम बचपन विच दीप चंद रखिया गया। दीप चंद का मतलब से घर दे विच ये दीप ये चिराग जगिया
ਮਾਂ ਬਾਪ ਦੇ ਵਿਹੜੇ 'ਚ ਰੋਸ਼ਨੀ ਹੋਈ। ਜਦੋਂ ਇਹ ਬੱਚਾ 17 ਸਾਲ ਦਾ ਹੋਇਆ, ਸ੍ਰੀ ਅਨੰਦਪੁਰ ਸਾਹਿਬ 10ਵੇਂ ਪਾਤਸ਼ਾਹ ਕਲਗੀਧਰ ਜੀ ਦੀ ਫੌਜ ਵਿੱਚ ਭਰਤੀ ਹੋ ਗਿਆ। ਖੁੱਲੇ ਕੱਦ ਕਾਠ, ਲੰਮਾ ਉੱਚਾ ਸਰੀਰ, ਬੜਾ ਸੁੰਦਰ ਸੋਹਣਾ ਚਿਹਰਾ ਮੋਹਰਾ ਸੀ। ਖੰਡੇ ਦਾ ਅੰਮ੍ਰਿਤ ਛਕ ਕੇ ਸਾਹਿਬੇ ਕਮਾਲ ਕਲਗੀਧਰ ਪਿਤਾ ਦੀ ਫੌਜ ਦੇ ਵਿੱਚ ਸ਼ਸਤਰ ਵਿਦਿਆ, ਘੋੜ ਸਵਾਰੀ, ਨੇਜ਼ਾਬਾਜੀ ਤੇ ਹਰ ਪ੍ਰਕਾਰ ਦਾ ਸ਼ਸਤਰ ਚਲਾਉਣ ਦੀ ਜਾਚ ਸਿੱਖੀ। ਜਿੱਥੇ ਸ਼ਸਤਰ ਵਿਦਿਆ 'ਚ ਨਿਪੁੰਨ ਹੋਏ, ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦੀ ਸ਼ੁੱਧ ਸੰਥਿਆ, ਕਥਾ, ਕੀਰਤਨ ਦੀ ਦਾਤ ਵੀ ਕਲਗੀਧਰ ਪਿਤਾ ਜੀ ਮਹਾਰਾਜ ਤੋਂ ਪ੍ਰਾਪਤ ਕੀਤੀ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨਾਲ ਇਹਨਾਂ ਦਾ ਬਹੁਤ ਪ੍ਰੇਮ ਸੀ। ਭਾਈ ਮਨੀ ਸਿੰਘ ਜੀ ਲਿਖਾਰੀ ਸਨ, ਬੜੇ ਉੱਚ ਕੋਟੀ ਦੇ ਲਿਖਾਰੀ। ਮੋਤੀ ਪਰੋ ਦਿੰਦੇ ਸਨ ਜਦੋਂ ਕਲਮ ਪੜ੍ਹਦੇ ਸਨ। ਭਾਈ ਮਨੀ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਹੈ ਤੇ ਭਾਈ ਮਨੀ ਸਿੰਘ ਜੀ ਨੇ ਹੀ ਦਸਮ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਹੈ। ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਦੀ ਸੰਗਤ ਵਿੱਚ ਬਾਬਾ ਦੀਪ ਸਿੰਘ ਜੀ ਵੀ ਲਿਖਾਰੀ ਬਣ ਗਏ। ਜਦੋਂ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ, ਅਨੰਦਪੁਰ ਸਾਹਿਬ ਦੇ ਕਿਲ੍ਹੇ ਛੱਡਣ ਸਮੇਂ ਬਾਬਾ ਦੀਪ ਸਿੰਘ ਜੀ ਨਾਲ ਸਨ। ਰੋਪੜ ਪਹੁੰਚ ਕੇ ਗੁਰੂ ਸਾਹਿਬ ਜੀ ਨੇ ਮਾਤਾ ਸਾਹਿਬ ਦੇਵੀ ਜੀ ਔਰ ਮਾਤਾ ਸੁੰਦਰੀ ਜੀ ਨੂੰ ਦਿੱਲੀ ਜਾਣ ਦਾ ਹੁਕਮ ਦਿੱਤਾ। ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾ ਜੀ ਦੇ ਨਾਲ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ ਔਰ ਬਾਬਾ ਦੀਪ ਸਿੰਘ ਜੀ ਸ਼ਹੀਦ ਦੋਵਾਂ ਨੂੰ ਤੋਰਿਆ। ਦੋਵੇਂ ਮਹਾਂਪੁਰਸ਼ ਮਾਤਾ ਜੀ ਦੀ ਤਾਬਿਆ ਦਿੱਲੀ ਪਹੁੰਚੇ। ਇੱਧਰ ਸਤਿਗੁਰੂ ਕਲਗੀਧਰ ਸਾਰਾ ਪਰਿਵਾਰ ਵਾਰ ਕੇ ਮੁਕਤਸਰ ਦਾ ਜੰਗ ਲੜ ਕੇ ਜਦੋਂ ਦਮਦਮੇ ਸਾਹਿਬ ਜਾ ਡੇਰਾ ਕੀਤਾ, ਗੁਰੂ ਕੀ ਕਾਸ਼ੀ ਸਾਬੋ ਕੀ ਤਲਵੰਡੀ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਤੇ ਭਾਈ ਮਨੀ ਸਿੰਘ ਜੀ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵੀ ਜੀ ਦੇ ਨਾਲ ਦਿੱਲੀ ਤੋਂ ਚੱਲ ਕੇ ਆਏ। ਕਲਗੀਧਰ ਪਿਤਾ ਦੇ ਦਰਸ਼ਨ ਕੀਤੇ ਅਤੇ ਇੱਥੇ ਹੀ ਬਿਰਾਜ ਗਏ। ਸਮੂਹ ਖਾਲਸੇ ਨੇ ਬੇਨਤੀ ਕੀਤੀ, ਕਲਗੀਧਰ ਪਿਤਾ ਜੀ ਮਹਾਰਾਜ, ਜੋ ਸਭ ਤੋਂ ਵੱਡਾ ਜ਼ਰੂਰੀ ਕਾਰਜ ਹੈ ਉਹ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਾ ਸੰਪਾਦਨ। ਜੋ ਸ਼ੁੱਧ ਸਰੂਪ ਹੋਵੇ ਬਾਣੀ ਦਾ। ਧੀਰ ਮੱਲੀਆਂ ਤੋਂ ਜੋ ਸਰੂਪ ਮੰਗਿਆ ਸੀ, ਪਹਿਲਾਂ ਤਾਂ ਉਹਨਾਂ ਨੇ ਮਿਹਣਾ ਮਾਰਿਆ ਸੀ ਕਿ ਜੇ ਗੁਰੂ ਆਪ ਸਰਬੱਗ ਹੈ ਤਾਂ ਆਪ ਗ੍ਰੰਥ ਰਚ ਲਵੇ। ਤੋ ਗੁਰੂ ਸਾਹਿਬ ਜੀ ਹੁਣ ਆਪ ਕਿਰਪਾ ਕਰਕੇ ਉਹ ਗ੍ਰੰਥ ਸੰਪੂਰਨ ਕਰੋ। ਸ੍ਰੀ ਦਮਦਮੇ ਸਾਹਿਬ ਦੀ ਧਰਤੀ ਤੇ ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਲਿਖਣਸਰ ਸਰੋਵਰ ਹੈ, ਇਸ ਸਰੋਵਰ ਦੇ ਕੋਲ ਮਹਾਰਾਜ 10ਵੇਂ ਪਾਤਸ਼ਾਹ ਜੀ ਨੇ ਤੰਬੂ ਲਗਵਾ ਲਏ। ਬੜਾ ਹੀ ਸੁੰਦਰ ਕਾਗਜ਼ ਮੰਗਵਾਇਆ, ਬੜੀ ਚੰਗੇ ਕਿਸਮ ਦੀ ਸਿਆਹੀ ਤਿਆਰ ਕਰਵਾਈ। ਭਾਈ ਮਨੀ ਸਿੰਘ ਜੀ ਤੇ ਬਾਬਾ ਦੀਪ ਸਿੰਘ ਜੀ ਨੂੰ ਆਪਣੇ ਕੋਲ ਰੱਖਿਆ। ਭਾਈ ਮਨੀ ਸਿੰਘ ਜੀ ਲਿਖਾਰੀ ਸਨ,
ਸਤਿਗੁਰੂ ਚੌਂਕੜਾ ਮਾਰ ਕੇ ਬ੍ਰਹਮ ਵਿੱਚ ਲੀਨ ਹੋ ਕੇ ਬੈਠ ਜਾਂਦੇ। ਧੁਰ ਤੋਂ ਬਾਣੀ ਆਈ ਜਾਂਦੀ, ਸਤਿਗੁਰੂ ਆਪਣੇ ਮੁਖ ਤੋਂ ਕੰਠ ਬਾਣੀ ਉਚਾਰਨ ਕਰਦੇ। ਜਦੋਂ ਮਹਾਰਾਜ ਕੰਠ ਬਾਣੀ ਉਚਾਰਨ ਕਰਦੇ, ਭਾਈ ਮਨੀ ਸਿੰਘ ਜੀ ਲਿਖੀ ਜਾਂਦੇ। ਜਿੰਨੀ ਬਾਣੀ ਦੇ ਅੰਗ ਰੋਜ਼ ਲਿਖੇ ਜਾਂਦੇ ਸਨ, ਉਹਨਾਂ ਨੂੰ ਭਾਈ ਬਾਬਾ ਦੀਪ ਸਿੰਘ ਜੀ ਸਾਂਭ ਲਿਆ ਕਰਦੇ ਸਨ ਤੇ ਨਵੇਂ ਕਾਗਜ਼ਾਂ ਦੀ ਕਟਿੰਗ ਕਰਕੇ ਵੇਲਾਂ ਬਣਾ ਕੇ ਬਾਬਾ ਦੀਪ ਸਿੰਘ ਜੀ ਦਿਆ ਕਰਦੇ ਸਨ। ਤੇ ਜਿਤਨੀ ਕ ਬਾਣੀ ਰੋਜ਼ ਲਿਖੀ ਜਾਂਦੀ ਸੀ, ਉਤਨੀ ਬਾਣੀ ਦੀ ਕਥਾ ਸ਼ਾਮ ਨੂੰ 10ਵੇਂ ਪਾਤਸ਼ਾਹ 2 ਘੰਟੇ ਖਾਲਸੇ ਨੂੰ ਰੋਜ਼ ਸੁਣਾਇਆ ਕਰਦੇ ਸਨ। ਜਿੰਨੀ ਬਾਣੀ ਰੋਜ਼ ਲਿਖਦੇ ਸਨ, ਉਨੀ ਬਾਣੀ ਦੀ ਕਥਾ ਵੀ ਰੋਜ਼ ਖਾਲਸਾ ਪੰਥ ਸੁਣਦਾ ਸੀ। 48 ਸਿੰਘਾਂ ਨੇ ਕਥਾ ਸੁਣੀ ਸੀ। ਉਹ 48 ਦੇ 48 ਵਿਦੇ ਮੁਕਤ ਹੋ ਕੇ ਸੱਚਖੰਡ ਚਲੇ ਗਏ। ਇਸੇ ਤਰ੍ਹਾਂ ਇੱਕ ਦਿਨ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਿਆ ਜਾ ਰਿਹਾ ਸੀ ਤੇ ਸ਼ਲੋਕ 12 ਤੇ ਵਧੀਕ ਅਖੀਰ ਦੇ ਵਿੱਚ ਜਿਹੜੀਆਂ 12 ਗੁਰੂ ਗ੍ਰੰਥ ਸਾਹਿਬ 'ਚ 22 ਲਿਖੀਆਂ ਗਈਆਂ ਨੇ, ਉਹਨਾਂ ਵਿੱਚ ਸ਼ਲੋਕ ਆਏ ਨੇ। ਜਿਹੜੇ ਸ਼ਲੋਕ 12 ਤੋਂ ਵੱਧ ਗਏ ਨੇ, ਉਹ ਅਖੀਰ ਵਿੱਚ ਲਿਖੇ ਗਏ ਨੇ। ਉਤੰਗੀ ਪੈਓ ਹਰੀ ਗਹਿਰੀ ਗੰਭੀਰੀ, ਸਸੁੜ ਸੋਈਆ ਕਿਵ ਕਰੀ ਨਿਵਣ ਨਾ ਜਾਏ ਥਣੀ। ਇੱਥੋਂ ਸ਼ੁਰੂ ਹੁੰਦੇ ਨੇ। ਉਹਨਾਂ ਸ਼ਲੋਕਾਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ਲੋਕ ਆਉਂਦਾ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ ਬਚਨ ਸੁਣ ਕੇ ਬਾਬਾ ਦੀਪ ਸਿੰਘ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਗਰੀਬ ਨਵਾਜ ਸੱਚੇ ਪਾਤਸ਼ਾਹ, ਕਿਰਪਾ ਕਰਕੇ ਬਚਨ ਸਮਝਾਓ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਕੋਈ ਬੰਦਾ ਤੁਹਾਡੇ ਰਸਤੇ ਤੇ ਤੁਰਨ ਵਾਸਤੇ ਆਪਣਾ ਸੀਸ ਤਲੀ ਤੇ ਧਰ ਲਵੇ। ਜੇ ਉਹ ਆਪਣਾ ਸੀਸ ਤਲੀ ਤੇ ਧਰੇਗਾ ਤੇ ਤੁਰੇਗਾ ਕਿਵੇਂ? ਇਹ ਸਵਾਲ ਹੈ। ਕਿਰਪਾ ਕਰਕੇ ਮੇਰੇ ਮਨ ਦਾ ਸ਼ੰਕਾ ਨਿਵ੍ਰਿਤ ਕਰੋ ਵੀ ਜੋ ਤੁਸੀਂ ਬਚਨ ਕੀਤਾ ਹੈ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਬਚਨ ਗੁਰੂ ਨਾਨਕ ਦੇਵ ਜੀ ਦੇ ਹਨ। ਤੇ ਮਹਾਰਾਜ ਤਲੀ ਤੇ ਸਿਰ ਧਰ ਕੇ ਕਿਸ ਤਰ੍ਹਾਂ ਕੋਈ ਗੁਰੂ ਦੇ ਰਸਤੇ ਤੇ ਆਵੇਗਾ? ਤਾਂ ਮਹਾਰਾਜ ਕਲਗੀਧਰ ਜੀ ਮੁਸਕਰਾ ਪਏ, ਕਹਿਣ ਲੱਗੇ, ਦੀਪ ਸਿੰਘਾ, ਸਮਾਂ ਆਵੇਗਾ, ਇਹ ਬਚਨ ਅਸੀਂ ਤੇਰੇ ਕੋਲੋਂ ਹੀ ਪੂਰੇ ਕਰਵਾ ਦਿਆਂਗੇ। ਸਾਧ ਸੰਗਤ ਜੀ, ਜੋ ਬਾਬਾ ਦੀਪ ਸਿੰਘ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਦੀ ਖਬਰ ਸੁਣੀ ਸੀ ਔਰ ਚਾਲੇ ਪਾਏ ਸਨ ਖਾਲਸੇ ਦੀ ਫੌਜ ਲੈ ਕੇ, ਔਰ ਮੈਦਾਨੇ ਜੰਗ ਵਿੱਚ ਬਾਬਾ ਜੀ ਦਾ ਸੀਸ ਉਤਰਿਆ ਸੀ, ਤਲੀ ਤੇ ਧਰ ਕੇ ਸੀਸ 4 ਕੋਹ ਜੰਗ ਕਰਦੇ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ। ਇਹ ਸਭ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਦੀ ਸ਼ਕਤੀ ਦਾ ਪ੍ਰਤਾਪ ਸੀ। ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਵੇ, ਉਹ ਕੁਛ ਵੀ ਕਰ ਸਕਦਾ ਹੈ। ਸੋ ਭਾਈ ਬਾਬਾ ਦੀਪ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਪੀਡ ਲਿਖਵਾਈ ਨਾਲ ਹੋ ਕੇ ਤੇ ਭਾਈ ਮਨੀ ਸਿੰਘ ਜੀ ਤੋਂ ਬਹੁਤ ਕੁਝ ਸਿੱਖਿਆ। ਗੁਰਬਾਣੀ ਦੇ ਅਰਥ, ਗੁਰਬਾਣੀ ਦੀ ਕਥਾ, ਸ਼ਸਤਰ ਵਿਦਿਆ, ਨਾਮ ਦਾ ਅਭਿਆਸ, ਬੇਅੰਤ ਬਾਣੀ ਦਾ ਜਾਪ ਕਰਦੇ। ਬਾਬਾ ਜੀ ਦਮਦਮਾ ਸਾਹਿਬ ਬਹੁਤਾ ਸਮਾਂ ਰਹੇ ਹਨ।
ਸਾਧ ਸੰਗਤ ਜੀ, ਜਦੋਂ ਪੰਥ ਤੇ ਕੋਈ ਮੁਸੀਬਤ ਆਉਂਦੀ ਸੀ, ਜੰਗ ਯੁੱਧ ਹੁੰਦਾ ਸੀ, ਉਦੋਂ ਬਾਬਾ ਜੀ ਨਾਲ ਵੀ ਜਾਇਆ ਕਰਦੇ ਸਨ। ਜਦੋਂ ਹਜ਼ੂਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਿਸ਼ਾਨ ਤੇ ਨਗਾਰਾ ਦੇ ਕੇ ਬਾਬੇ ਬੰਦੇ ਬਹਾਦਰ ਦੇ ਨਾਲ 5 ਜਥੇਦਾਰ ਸਿੰਘ ਸਾਹਿਬ, ਬਾਬਾ ਵਿਨੋਦ ਸਿੰਘ ਜੀ ਜਥੇਦਾਰ, ਬਾਬਾ ਕਾਹਨ ਸਿੰਘ ਜੀ ਭੱਲੇ ਸਾਹਿਬਜ਼ਾਦੇ, ਭਾਈ ਬਾਜ ਸਿੰਘ ਜੀ ਪੱਟੀ ਵਾਲੇ, ਭਾਈ ਰਣ ਸਿੰਘ ਜੀ, ਭਾਈ ਰਾਮ ਸਿੰਘ ਜੀ ਨਿਸ਼ਾਨ ਸਾਹਿਬ ਤੇ ਨਗਾਰਾ ਦੇ ਕੇ ਤੋਰੇ ਸਨ। ਉਦੋਂ ਮਹਾਰਾਜ ਨੇ ਹੁਕਮਨਾਮੇ ਵੀ ਜਾਰੀ ਕੀਤੇ ਸਨ। ਹੁਕਮਨਾਮੇ ਮੁਖੀ ਸਿੰਘਾਂ ਦੇ ਨਾਮ ਲਿਖੇ ਸਨ ਵੀ ਸਭ ਖਾਲਸਾ ਇਕੱਠਾ ਹੋ ਕੇ ਇਸ ਨਿਸ਼ਾਨ ਸਾਹਿਬ ਤੇ ਨਗਾਰੇ ਦੀ ਤਾਬਿਆ ਹੋ ਜਾਓ ਤੇ ਇਕੱਠੇ ਹੋ ਕੇ ਦੁਸ਼ਟਾਂ ਨੂੰ ਸੋਧੇ ਲਾਣੇ ਹਨ। ਸਮਾਣਾ, ਸਢੌਰਾ, ਮੁਸਤਫਾਬਾਦ, ਕਪੂਰੀ, ਛੱਤ ਬਨੂੜ, ਅੰਬਾਲਾ ਤੇ ਸਭ ਤੋਂ ਵੱਡਾ ਮੋਰਚਾ ਸੀ ਸਰਹੰਦ ਦਾ ਸੂਬੇਦਾਰ ਵਜ਼ੀਰ ਖਾਨ। ਇਹਨਾਂ ਨੂੰ ਸੋਧ ਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣਾ ਸੀ ਖਾਲਸੇ ਨੇ। ਜਦੋਂ ਹੁਕਮਨਾਮਾ ਬਾਬਾ ਦੀਪ ਸਿੰਘ ਜੀ ਕੋਲ ਪਹੁੰਚਿਆ, ਆਪਣੇ ਸਾਥੀ ਸਿੰਘਾਂ ਨੂੰ ਲੈ ਕੇ ਬਾਬਾ ਜੀ ਇਸ ਮੋਰਚੇ 'ਚ ਡਟ ਗਏ। ਸਰਹੰਦ ਫਤਿਹ ਕਰਕੇ ਬਾਬਾ ਦੀਪ ਸਿੰਘ ਜੀ ਨੇ ਬੰਦੇ ਬਹਾਦਰ ਦਾ ਪੂਰਾ ਸਾਥ ਦਿੱਤਾ ਤੇ ਸਰਹੰਦ ਫਤਿਹ ਕਰਕੇ ਬਾਬਾ ਜੀ ਸਾਰੀ ਫੌਜ ਸਮੇਤ ਸ੍ਰੀ ਅਨੰਦਪੁਰ ਸਾਹਿਬ ਦੇ ਦਰਸ਼ਨਾਂ ਨੂੰ ਚੱਲ ਪਏ। ਰਸਤੇ 'ਚ ਸੋਲਖੀਆਂ ਪਿੰਡ ਵਿੱਚ ਡੇਰਾ ਬਣਿਆ ਹੈ, ਉੱਥੇ ਛਾਉਣੀ ਪਾਈ ਖਾਲਸੇ ਨੇ। ਇੱਕ ਰਾਤ ਉੱਥੇ ਰਹਿ ਕੇ ਦੂਜੇ ਦਿਨ ਕੀਰਤਪੁਰ ਸਾਹਿਬ ਜਾ ਪਹੁੰਚੇ। ਕੀਰਤਪੁਰ ਸਾਹਿਬ ਜਦੋਂ ਬਾਬਾ ਦੀਪ ਸਿੰਘ ਜੀ ਪਹੁੰਚੇ, ਉੱਥੇ ਕਿਤੇ ਪਹਾੜ ਦੇ ਵਿੱਚ ਐਸੀ ਦਾਤਣ ਕਰ ਲਈ ਜਿਹੜੀ ਦਾਤਣ ਦੇ ਵਿੱਚ ਕੋਈ ਜ਼ਹਿਰੀਲਾ ਮਾਦਾ ਸੀਗਾ। ਬਾਬਾ ਦੀਪ ਸਿੰਘ ਜੀ ਹੋਰਾਂ ਦੇ ਦੰਦ ਸਾਰੇ ਹੀ ਖਰਾਬ ਹੋ ਗਏ ਤੇ ਝੜ ਗਏ। 32 ਦੇ 32 ਦੰਦ ਜਵਾਨੀ ਦੀ ਉਮਰ ਵਿੱਚ ਝੜ ਜਾਣੇ। ਕੁੱਲ ਉਮਰ ਬਾਬਾ ਜੀ ਦੀ 28 ਸਾਲ ਦੀ ਸੀ ਜਦੋਂ ਦੰਦ ਝੜ ਗਏ। ਨਾਲ ਦੇ ਸਿੰਘ ਮਖੌਲਾਂ ਕਰਨ ਲੱਗ ਪਏ ਵੀ ਦੀਪ ਸਿੰਘ ਬੁੱਢਾ ਹੋ ਗਿਆ ਹੈ। ਇੱਕ ਦਿਨ ਮਜ਼ਾਕ ਦੇ ਨਾਲ, ਮਖੌਲ ਦੇ ਨਾਲ ਸਿੰਘਾਂ ਨੇ ਭੁੱਜੇ ਹੋਏ ਛੋਲੇ ਵਰਤਾਏ ਕਿ ਬਾਬਾ ਦੀਪ ਸਿੰਘ ਦੇਖਾਂਗੇ ਕਿਵੇਂ ਛਕੇਗਾ। ਸਾਰੇ ਸਿੰਘ ਉਹ ਭੁੱਜੇ ਹੋਏ ਚਣੇ ਚੱਬਣ ਲੱਗ ਪਏ। ਬਾਬਾ ਦੀਪ ਸਿੰਘ ਜੀ ਉਹ ਚਣਿਆਂ ਦਾ ਪ੍ਰਸ਼ਾਦ ਆਪਣੀ ਬੁੱਕ 'ਚ ਲੈ ਕੇ ਬੈਠੇ ਹਨ। ਬਾਬੇ ਬੰਦੇ ਬਹਾਦਰ ਨੇ ਪੁੱਛਿਆ ਕਿ ਬਾਬਾ ਦੀਪ ਸਿੰਘ ਜੀ ਤੁਸੀਂ ਕਿਉਂ ਨਹੀਂ ਛਕਦੇ? ਬਾਕੀ ਸਾਰਾ ਖਾਲਸਾ ਛਕ ਰਿਹਾ ਹੈ ਬਦਾਮ, ਤੁਸੀਂ ਵੀ ਚੱਬੋ। ਸੁਭਾਵਕ ਬਚਨ ਬਾਬਾ ਦੀਪ ਸਿੰਘ ਜੀ ਨੇ ਕਿਹਾ, ਜੀ ਮੇਰੇ ਦੰਦ ਕੋਈ ਨਹੀਂ ਹਨ, ਮੇਰੇ ਦੰਦ ਖਤਮ ਹੋ ਗਏ ਹਨ, ਬਿਮਾਰੀ ਕਰਕੇ ਦਾਤਣ ਕਰ ਬੈਠਾ ਐਸੀ ਜਿਹਦੇ ਨਾਲ ਜ਼ਹਿਰੀਲਾ ਮਾਦਾ ਸੀ, ਦੰਦ ਖਰਾਬ ਹੋ ਗਏ। ਬੰਦੇ ਬਹਾਦਰ ਨੇ ਆਖਿਆ, ਵਾਹਿਗੁਰੂ ਕਹਿ ਕੇ ਫੱਕਾ ਮਾਰੋ, ਦੰਦ ਆ ਜਾਣਗੇ। ਸਤਨਾਮ ਸ੍ਰੀ ਵਾਹਿਗੁਰੂ ਕਹਿ ਕੇ ਜਿਉਂ ਹੀ ਬਾਬਾ ਦੀਪ ਸਿੰਘ ਜੀ ਨੇ ਚਣਿਆਂ ਦਾ ਉਹ ਘੂੰਗਣੀਆਂ ਜਿਹੜੇ ਚਣੇ ਸਨ, ਸਾਧ ਸੰਗਤ ਜੀ ਪੁੱਜੇ ਹੋਏ, ਉਹਨਾਂ ਪੁੱਜੇ ਹੋਏ ਚਣਿਆਂ ਦਾ ਮੂੰਹ ਵਿੱਚ ਫੱਕਾ ਪਾ ਲਿਆ ਤੇ 32 ਦੇ 32 ਦੰਦ ਦੁਬਾਰਾ ਆ ਗਏ। ਖਾਲਸੇ ਦੇ ਹਰ ਮੋਰਚੇ ਵਿੱਚ ਬਾਬਾ ਜੀ ਸੇਵਾ ਨਿਭਾਉਂਦੇ ਰਹੇ। ਜਦੋਂ ਵਿਹਲੇ ਹੋ ਜਾਂਦੇ ਸਨ ਜੰਗਾਂ ਯੁੱਧਾਂ ਤੋਂ, ਫਿਰ ਦਮਦਮੇ ਸਾਹਿਬ ਚਲੇ ਜਾਂਦੇ ਸਨ।
ਉੱਥੇ ਜਾ ਕੇ ਸਿੰਘਾਂ ਨੂੰ ਵਿੱਦਿਆ ਪੜ੍ਹਾਉਣ ਸ਼ੁਰੂ ਕਰ ਦੇਣੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਦਸਮ ਗ੍ਰੰਥ ਸਾਹਿਬ ਦੀ ਬਾਣੀ, ਭਾਈ ਗੁਰਦਾਸ ਦੀ ਬਾਣੀ ਅਤੇ ਹੋਰ ਵੇਦਾਂ ਸ਼ਾਸਤਰਾਂ ਦਾ ਗਿਆਨ ਖਾਲਸੇ ਨੂੰ ਦਿਆ ਕਰਦੇ ਸਨ। ਬੜੇ ਕੜਾਕੇ ਕੱਟਣੇ ਪੈਂਦੇ ਸਨ। ਉਦੋਂ ਸਾਧ ਸੰਗਤ ਜੀ ਗੁਰਦੁਆਰਿਆਂ ਵਿੱਚ ਇੰਨੀ ਆਮਦਨ ਨਹੀਂ ਸੀ। ਜੰਗਲਾਂ ਦੇ ਵਿੱਚ ਸ਼ਿਕਾਰ ਮਾਰ ਕੇ ਖਾਣਾ ਪੈਂਦਾ ਸੀ ਜਾਂ ਫਿਰ ਮਲੇ ਬੇਰ ਖਾ ਕੇ ਬੜਾ ਔਖਾ ਟਾਈਮ ਕੱਟਣਾ ਪੈਂਦਾ ਸੀ। ਬਾਬਾ ਦੀਪ ਸਿੰਘ ਜੀ ਆਪਣਾ ਤਿਆਗ ਦਾ ਜੀਵਨ ਬਸਰ ਕਰਦੇ ਹੋਏ ਗੁਰਸਿੱਖੀ ਦਾ ਪ੍ਰਚਾਰ ਤੇ ਗੁਰਬਾਣੀ ਦਾ ਪ੍ਰਚਾਰ ਕਰਦੇ ਰਹੇ। ਜਦੋਂ ਪਤਾ ਲੱਗਾ ਕਿ ਨਾਦਰ ਸ਼ਾਹ ਹਿੰਦੁਸਤਾਨ ਨੂੰ ਲੁੱਟਣ ਆਇਆ ਹੈ ਤੇ ਦਿੱਲੀ ਦੇ ਵਿੱਚੋਂ 22,000 ਲੜਕੀਆਂ, ਨੌਜਵਾਨ ਬੱਚੀਆਂ 16 ਸਾਲ ਦੀ ਉਮਰ ਤੋਂ ਲੈ ਕੇ 20 ਸਾਲ ਤੱਕ ਦੀਆਂ ਲੜਕੀਆਂ ਬੰਨ੍ਹ ਕੇ ਲੈ ਤੁਰਿਆ। ਔਰ ਉਹ ਬੀਬੀਆਂ ਰੋਂਦੀਆਂ ਸਨ, ਹਾਏ ਪੁਕਾਰ ਕਰਦੀਆਂ ਸਨ ਕਿ ਕੋਈ ਸਾਨੂੰ ਛੁਡਾ ਲਵੇ। ਇਹ ਜ਼ਾਲਮ ਬਹੁਤ ਦੂਰ ਲਿਜਾ ਕੇ ਬਾਜ਼ਾਰਾਂ 'ਚ ਵੇਚਣਗੇ, ਬੇਇੱਜ਼ਤੀ ਕਰਨਗੇ। ਬਾਬਾ ਦੀਪ ਸਿੰਘ ਜੀ ਨੂੰ ਦਮਦਮੇ ਸਾਹਿਬ ਖਬਰ ਪਹੁੰਚੀ। ਆਪ ਜੀ ਖਾਲਸੇ ਦਾ ਦਲ ਲੈ ਕੇ ਜਿਉਂ ਦਮਦਮੇ ਤੋਂ ਤੁਰੇ, ਕੁਰੂਕਸ਼ੇਤਰ ਕਰਨਾਲ ਦੇ ਵਿਚਕਾਰ ਨਾਦਰ ਦੀ ਫੌਜ ਤੇ ਹੱਲਾ ਬੋਲ ਦਿੱਤਾ। ਸਿੰਘਾਂ ਦਾ ਦਲ ਇੱਕ ਪਾਸਿਓਂ ਆਉਂਦਾ ਸੀ, ਜ਼ਬਰਦਸਤ ਹੱਲਾ ਬੋਲ ਕੇ ਲੜਕੀਆਂ ਛੁਡਾ ਕੇ ਦੂਜੇ ਪਾਸੇ ਨਿਕਲ ਜਾਂਦਾ ਸੀ। ਦੁਸ਼ਮਣ ਉਧਰ ਜਾਂਦੇ ਸੀ ਪਿੱਛਾ ਕਰਦੇ ਹੋਏ, ਇੱਧਰੋਂ ਸਿੰਘਾਂ ਦਾ ਇੱਕ ਹੋਰ ਜਥਾ ਆ ਜਾਂਦਾ ਸੀ। ਉਹ ਦੁਸ਼ਮਣ ਨੂੰ ਪਿੱਛੋਂ ਦੀ ਪੈ ਕੇ ਹੋਰ ਬੱਚੀਆਂ ਛੁਡਾ ਕੇ ਦੂਜੇ ਪਾਸੇ ਨਿਕਲ ਜਾਂਦਾ ਸੀ। ਲਾਹੌਰ ਜਾਂਦੇ ਤੱਕ ਖਾਲਸੇ ਨੇ 22,000 ਲੜਕੀਆਂ ਛੁਡਾ ਲਈਆਂ ਤੇ ਨਾਦਰ ਦੇ ਦੰਦ ਖੱਟੇ ਕਰਕੇ ਜਿਹੜਾ ਕਰੋੜਾਂ ਰੁਪਈਆਂ ਦਾ ਖਜ਼ਾਨਾ ਦਿੱਲੀ ਤੋਂ ਲੁੱਟ ਕੇ ਲਿਜਾ ਰਿਹਾ ਸੀ, ਖਾਲਸੇ ਨੇ ਉਹ ਭਾਰ ਵੀ ਹੌਲਾ ਕਰ ਦਿੱਤਾ। ਇਸੇ ਦੁੱਖ ਤੋਂ ਤੰਗ ਆ ਕੇ ਨਾਦਰ ਸ਼ਾਹ ਨੇ ਜ਼ਕਰੀਏ ਖਾਨ ਨੂੰ ਪੁੱਛਿਆ ਸੀ ਲਾਹੌਰ ਦੇ ਵਿੱਚ ਕਿ ਹੇ ਜ਼ਕਰੀਆ ਖਾਨ, ਮੈਂ ਈਰਾਨ ਤੋਂ ਤੁਰਿਆ, ਅਫਗਾਨਿਸਤਾਨ ਆਇਆ, ਪੰਜਾਬ ਆਇਆ, ਮੈਂ ਦਿੱਲੀ ਗਿਆ, ਦੁਨੀਆ ਦੀ ਕੋਈ ਤਾਕਤ ਮੇਰੇ ਸਾਹਮਣੇ ਖਲੋ ਨਹੀਂ ਸਕੀ। ਇਹ ਕੌਣ ਹਨ ਜਿਨ੍ਹਾਂ ਨੇ ਮੇਰੀ ਫੌਜ ਨੂੰ ਲੁੱਟਿਆ ਹੈ, ਮੇਰਾ ਰਸਤਾ ਰੋਕਿਆ ਹੈ? ਮੈਨੂੰ ਦੱਸ ਦੇ, ਮੈਂ ਇਹਨਾਂ ਦਾ ਘਰ ਘਾਟ ਤਬਾਹ ਕਰਕੇ ਰੱਖ ਦਿਆਂਗਾ, ਮੈਂ ਇਹਨਾਂ ਦਾ ਮੁਲਕ ਬਰਬਾਦ ਕਰ ਦਿਆਂਗਾ, ਇਹਨਾਂ ਲੁਟੇਰਿਆਂ ਦਾ ਨਾਮੋ ਨਿਸ਼ਾਨ ਖਤਮ ਕਰ ਦਿਆਂਗਾ। ਜ਼ਕਰੀਏ ਨੇ ਜਵਾਬ ਦਿੱਤਾ, ਕਹਿਣ ਲੱਗਾ, ਬਾਦਸ਼ਾਹ ਸਲਾਮਤ। तब खानू ने ऐस बखानी, किते ना उनकी मुल्क निशानी। खानू कहन लगा कि इन्हां दी कोई मुल्क निशानी नहीं है, मुर्शद इनका वली भयो है, इनको आबे हयात दयो है। इन्हां दा मुर्शद बड़ा बली होया है, गुरु नानक, गुरु गोबिंद सिंह, पता नहीं की पिया गया घोल के। ये कल्ले कल्ले सवा सवा लख ना लड़न नूं तैयार रहिंदे ने। हाड़ न दिन पर पीवें पानी, सियाले रखे नागन निशानी। हाड़ दे महीने सारा सारा दिन पानी तो बिना ही लड़ते रहिंदे ने। सियाल दे दिन, सर्दी के दिनों विच इन्हां नूं नंगे पिंडे वेख्या जा सकदा, जंगलां च घुमदे रहिंदे ने। ये किते टिक असीं इन्हां नूं बहण नहीं दिंदे, असीं इन्हां नूं रोज़ मारदे रहिंदे आ, ये फिर वधदे जांदे ने।
ਬਨ ਮੈਂ ਮਿਰਗਨ ਸਮ ਧਸ ਜੈ ਹੈ। ਜੰਗਲਾਂ ਦੇ ਵਿੱਚ ਇੱਦਾਂ ਵੜ ਜਾਂਦੇ ਨੇ ਜਿਵੇਂ ਹਿਰਨ ਵੜ ਜਾਂਦੇ ਨੇ। ਇਹ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਨੇ। ਹਮ ਮਾਰਤ ਇਨ ਥਕ ਰਹੇ, ਇਹ ਘਟਤ ਨ ਕਿਤਹੂ ਦਾਏ। ਅਸੀਂ ਮਾਰਦੇ ਥੱਕ ਗਏ, ਇਹ ਘਟੇ ਨਹੀਂ, ਵਧੀ ਜਾਂਦੇ ਨੇ। ਇਹਨਾਂ ਦਾ ਮੁਲਕ ਕੋਈ ਨਹੀਂ, ਘੋੜੇ ਦੀ ਕਾਠੀ ਤੇ ਹੀ ਘਰ ਹੈ। ਜੰਗਲਾਂ 'ਚ ਰਹਿੰਦੇ ਨੇ। ਲੰਮੀਆਂ ਲੰਮੀਆਂ ਦਾੜੀਆਂ ਤੇ ਮੁੱਛਾਂ ਤੇ ਸਿਰ ਦੇ ਵਾਲ ਕਦੀ ਨਹੀਂ ਮੁਨਾਉਂਦੇ। ਇੱਕ ਜਾਂਗੀਆ ਇੱਕ ਸਿਰ ਭਟਕਾ, ਪੂਰੇ ਗਾਤੀ ਬਾਣਾ ਝਟਕਾ। ਇੱਕ ਕਛਹਿਰਾ ਤੇ ਇੱਕ ਦਸਤਾਰ। ਜੇ ਕਿਤੇ ਖੇਸ ਕੰਬਲ ਮਿਲ ਜਾਵੇ ਤੇ ਬੁੱਕਲ ਮਾਰ ਲੈਂਦੇ ਨੇ, ਨਹੀਂ ਤਾਂ ਨੰਗੇ ਪਿੰਡੇ ਨੰਗੀ ਤੇਗ ਲੜਦੇ ਰਹਿੰਦੇ ਨੇ। ਇਹ ਸੁਣ ਕੇ ਨਾਦਰ ਨੇ ਮੂੰਹ ਚੁੰਗਲਾਂ ਪਾ ਲਈਆਂ। ਕਹਿਣ ਲੱਗਾ, ਯਾ ਖੁਦਾ, ਜੇ ਬੰਦੇ ਵਾਕਈ ਇੱਦਾਂ ਦੇ ਹਨ ਤਾਂ ਜ਼ਰੂਰ ਇੱਕ ਦਿਨ ਲਾਹੌਰ ਤੇ ਦਿੱਲੀ ਤੇ ਇਹਨਾਂ ਦਾ ਹੀ ਰਾਜ ਹੋਵੇਗਾ। ਸਾਧ ਸੰਗਤ ਜੀ, ਬਾਬਾ ਦੀਪ ਸਿੰਘ ਜੀ ਵਰਗੇ ਮਹਾਂਪੁਰਸ਼ਾਂ ਨੇ ਬੜੇ ਬੜੇ ਵੱਡੇ ਜੰਗ ਯੁੱਧ ਕਰਕੇ ਦੇਸ਼ ਨੂੰ ਜ਼ਾਲਮਾਂ ਤੋਂ, ਜਰਵਾਣਿਆਂ ਤੋਂ ਬਚਾਇਆ। ਲੁਟੇਰਿਆਂ ਦੇ ਰਾਹ ਰੋਕੇ। ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਦੇ ਕੋਲ ਭਾਈ ਮਨੀ ਸਿੰਘ ਜੀ ਦੀ ਲਿਖੀ ਹੋਈ 10ਮ ਗ੍ਰੰਥ ਦੀ ਬੀੜ ਪਹੁੰਚੀ ਹੈ। ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਹੀ ਹੁਣ ਵੱਡੇ ਵਿਦਵਾਨ ਸਨ। ਪੰਥ ਦੇ ਸਾਰੇ ਵਿਦਵਾਨ ਦਮਦਮੇ ਸਾਹਿਬ ਇਕੱਠੇ ਹੋਏ। ਵਿਚਾਰ ਚੱਲੀ ਕਿ 10ਮ ਗ੍ਰੰਥ ਦੀ ਬੀੜ ਇੱਕ ਰਹਿਣ ਦਿੱਤੀ ਜਾਵੇ ਜਾਂ 2 ਹਿੱਸਿਆਂ 'ਚ ਵੰਡ ਦਿੱਤੀ ਜਾਵੇ। ਇਹ ਚਰਚਾ ਕਈ ਦਿਨ ਚੱਲਦੀ ਰਹੀ। ਇਤਨੇ ਨੂੰ ਖਬਰ ਪਹੁੰਚੀ ਕਿ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਮੰਡਿਆਲੇ ਦਾ ਚੌਧਰੀ ਮੱਸਾ ਰੰਗੜ ਪਲੰਗ ਡਾਹ ਕੇ ਬਹਿ ਗਿਆ ਹੈ ਤੇ ਰੋਜ਼ ਹੁੱਕਾ ਪੀਂਦਾ ਹੈ ਤੇ ਸ਼ਰਾਬ ਪੀਂਦਾ ਹੈ। ਹਰਿਮੰਦਰ ਸਾਹਿਬ ਦੇ ਵਿੱਚ ਜਿੱਥੇ ਗੁਰੂ ਦੀ ਬਾਣੀ ਦਾ ਕੀਰਤਨ ਹੁੰਦਾ ਸੀ, ਉੱਥੇ ਵੇਸ਼ਵਾ ਨੱਚਦੀ ਹੈ ਤੇ ਗੰਦੇ ਗਾਣੇ ਗਾਉਂਦੀ ਹੈ। ਸਾਰਾ ਸਾਰਾ ਦਿਨ ਸ਼ਰਾਬੀ ਹੁੱਕਾ ਪੀ ਕੇ, ਸ਼ਰਾਬ ਪੀ ਕੇ ਖੜਮਸਤੀਆਂ ਕਰਦੇ ਹਨ। ਪੰਜਾਬ ਦੇ ਵਿੱਚ ਕੋਈ ਗੁਰੂ ਕਾ ਸਿੱਖ ਜਿਉਂਦਾ ਨਹੀਂ ਰਿਹਾ। ਇਹ ਖਬਰ ਜਦੋਂ ਬੀਕਾਨੇਰ ਦੇ ਜੰਗਲਾਂ ਵਿੱਚ, ਮਾਰੂ ਥਲਾਂ ਵਿੱਚ ਖਾਲਸੇ ਨੂੰ ਮਿਲੀ, ਭਾਈ ਸੁੱਖਾ ਸਿੰਘ ਜੀ ਤੇ ਭਾਈ ਮਤਾਬ ਸਿੰਘ ਜੀ ਅਰਦਾਸਾ ਸੋਧ ਕੇ ਪੰਥ ਦਾ ਆਸ਼ੀਰਵਾਦ ਲੈ ਕੇ ਚੱਲੇ। ਮੱਸੇ ਦਾ ਸਿਰ ਵੱਢਣ ਲਈ ਜਦੋਂ ਭਾਈ ਸੁੱਖਾ ਸਿੰਘ, ਮਤਾਬ ਸਿੰਘ ਬੀਕਾਨੇਰ ਤੋਂ ਚੱਲ ਕੇ ਰਸਤੇ 'ਚ ਰਾਤ ਨੂੰ ਦਮਦਮੇ ਸਾਹਿਬ ਆ ਕੇ ਠਹਿਰੇ ਤੇ ਬਾਬਾ ਦੀਪ ਸਿੰਘ ਜੀ ਹੋਰਾਂ ਨੇ ਭਾਈ ਮਤਾਬ ਸਿੰਘ ਜੀ ਤੇ ਭਾਈ ਸੁੱਖਾ ਸਿੰਘ ਜੀ ਨੂੰ ਪੁੱਛਿਆ ਕਿ ਤੁਹਾਡੀ ਕੀ ਰਾਏ ਹੈ ਸਿੰਘ ਸਾਹਿਬ ਜੀ ਕਿ ਗੁਰੂ ਮਹਾਰਾਜ ਦੀ ਬਾਣੀ ਜੋ 10ਮ ਗ੍ਰੰਥ ਹੈ, ਇਸ ਨੂੰ ਇੱਕ ਹਿੱਸੇ 'ਚ ਰੱਖਿਆ ਜਾਵੇ ਜਾਂ 2 ਹਿੱਸਿਆਂ 'ਚ ਵੰਡ ਦਿੱਤਾ ਜਾਵੇ। ਭਾਈ ਮਤਾਬ ਸਿੰਘ ਜੀ ਕਹਿਣ ਲੱਗੇ, ਬਾਬਾ ਜੀ ਤੁਸੀਂ ਸਿਆਣੇ ਹੋ, ਵੱਡੇ ਹੋ, ਅਸੀਂ ਤੁਹਾਨੂੰ ਕੋਈ ਜਵਾਬ ਨਹੀਂ ਦੇ ਸਕਦੇ। ਤੁਸੀਂ ਗੁਰੂ ਤੇ ਫੈਸਲਾ ਛੱਡਦੇ ਹੋ। ਅਸੀਂ ਜਾ ਰਹੇ ਹਾਂ ਮੱਸੇ ਰੰਗੜ ਦਾ ਸਿਰ ਵੱਢਣ ਵਾਸਤੇ। ਜੇ ਅਸੀਂ ਮੱਸੇ ਰੰਗੜ ਦਾ ਸਿਰ ਵੱਢ ਕੇ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਿਕਰਮਾਂ 'ਚ ਸ਼ਹੀਦ ਹੋ ਗਏ ਤੇ ਤੁਸੀਂ 10ਮ ਗ੍ਰੰਥ ਦੀ ਬੀੜ ਦੇ 2 ਹਿੱਸੇ ਕਰ ਦਿਆ ਜੇ। ਤੇ ਜੇ ਅਸੀਂ ਮੱਸੇ ਰੰਗੜ ਦਾ ਸਿਰ ਵੱਢ ਕੇ ਵਾਪਸ ਦਮਦਮੇ ਸਾਹਿਬ ਜਿਉਂਦੇ ਜਾਗਦੇ ਸਹੀ ਸਲਾਮਤ ਆ ਪਹੁੰਚੇ, ਤੁਹਾਨੂੰ ਆ ਕੇ ਮਿਲਾਂਗੇ, ਤੇ ਫਿਰ 10ਮ ਦੀ ਬੀੜ ਇੱਕ ਹਿੱਸੇ 'ਚ ਰਹੇਗੀ ਔਰ ਇਹਦਾ ਪ੍ਰਕਾਸ਼ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਹੋਇਆ ਕਰੇਗਾ। ਬਾਬਾ ਜੀ, ਬਾਬਾ ਦੀਪ ਸਿੰਘ ਜੀ ਨੇ ਇਹ ਫੈਸਲਾ ਪ੍ਰਵਾਨ ਕੀਤਾ।
ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਭਾਈ ਸੁੱਖਾ ਸਿੰਘ ਜੀ ਤੇ ਮਤਾਬ ਸਿੰਘ ਜੀ ਨੇ ਮੱਸੇ ਦਾ ਸਿਰ ਵੱਢਿਆ। ਨੇਜੇ ਤੇ ਟੰਗ ਕੇ ਜਕਾਰੇ ਗਜਾਉਂਦੇ ਹੋਏ ਬੜੀ ਫੁਰਤੀ ਨਾਲ ਨਿਕਲ ਗਏ। ਦਮਦਮੇ ਸਾਹਿਬ ਆ ਕੇ ਮੱਸੇ ਦੇ ਰੰਗੜ ਦਾ ਸਿਰ ਦਾ ਖਾਲਸੇ ਨੂੰ ਵੀ ਵਿਖਾਇਆ ਵੀ ਆਹ ਦੇਖੋ ਅਸੀਂ ਸਿਰ ਵੱਢ ਕੇ ਲੈ ਆਏ ਹਾਂ। ਭਾਈ ਸੁੱਖਾ ਸਿੰਘ ਜੀ ਤੇ ਭਾਈ ਮਤਾਬ ਸਿੰਘ ਜੀ ਦੇ ਫੈਸਲੇ ਦੇ ਮੁਤਾਬਕ ਖਾਲਸੇ ਪੰਥ ਨੇ ਗੁਰਮਤਾ ਕੀਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਦਸਮ ਗ੍ਰੰਥ ਇੱਕੋ ਜਿਲਦ ਵਿੱਚ ਰਹੇਗਾ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਇਸ ਵੀਰ ਰਸੀ ਬਾਣੀ ਦਾ ਵੀ ਖਾਲਸਾ ਪਠਨ ਪਾਠਨ ਕਰੇਗਾ। ਹੁਣ ਜਿਹੜੇ ਲੋਕ ਸਾਧ ਸੰਗਤ ਜੀ ਦਸਮ ਗ੍ਰੰਥ ਦੀ ਬਾਣੀ ਤੇ ਕਿੰਤੂ ਕਰ ਰਹੇ ਨੇ, ਇਹ ਅਸਲ ਵਿੱਚ ਗੁਰੂ ਕੇ ਸਿੱਖ ਨਹੀਂ ਹਨ। ਜਿਹੜਾ ਗੁਰੂ ਦਾ ਸਿੱਖ ਹੈ ਉਹ ਪੰਥ ਦੇ ਫੈਸਲੇ ਤੋਂ ਬਾਹਰ ਨਹੀਂ ਚੱਲ ਸਕਦਾ। ਅੱਜ ਪੰਜਾਂ ਤਖਤਾਂ ਨੇ ਇਹ ਫੈਸਲਾ ਦਿੱਤਾ ਵੀ ਭਾਈ ਇਸ ਬਾਣੀ ਤੇ ਕਿੰਤੂ ਨਾ ਕਰੋ, ਫਿਰ ਵੀ ਕਰੀ ਜਾਂਦੇ। ਸਿੱਖਾਂ ਦਾ ਰੂਪ ਬਣਾਇਆ ਹੋਇਆ ਪਰ ਹੈਣ ਤੁਰਕ। ਜਿਵੇਂ ਮਹਾਰਾਜ 10ਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਬਈ ਖਾਲਸਾ ਜੀ ਭੰਗਾਣੀ ਦੇ ਜੰਗ 'ਚ ਜਿਹੜੇ ਤੁਰਕ ਮਰੇ ਨੇ ਇਹਨਾਂ ਦੀਆਂ ਕਬਰਾਂ ਪੱਟ ਕੇ ਇਹਨਾਂ ਨੂੰ ਦਫਨ ਕਰ ਦਿਓ, ਜਿਹੜੇ ਸਿੰਘ ਸ਼ਹੀਦ ਹੋਏ ਇਹਨਾਂ ਦਾ ਸੰਸਕਾਰ ਕਰ ਦਿਓ। ਕਹਿੰਦੇ ਖਾਲਸੇ ਨੇ ਕੀ ਕੀਤਾ, ਸਾਰੇ ਹੀ ਸੰਸਕਾਰ ਕਰ ਦਿੱਤੇ ਤੁਰਕ। ਮਹਾਰਾਜ ਕਹਿਣ ਲੱਗੇ ਤੁਸੀਂ ਮਾੜਾ ਕੀਤਾ, ਜਿਹੜੇ ਤੁਰਕ ਨਾਲ ਸਾੜ ਦਿੱਤੇ ਨਾ ਇਹ ਸਿੰਘਾਂ ਦੇ ਘਰ ਜਨਮ ਲੈਣਗੇ। ਸਿੰਘਾਂ ਵਾਲੀਆਂ ਸ਼ਕਲਾਂ ਹੋਣਗੀਆਂ ਪਰ ਅਕਲਾਂ ਤੁਰਕਾਂ ਵਾਲੀਆਂ ਹੀ ਹੋਣਗੀਆਂ। ਅੱਜ ਖਾਲਸਾ ਜੀ ਉਹ ਤੁਰਕਾਂ ਵਾਲੀ ਅਕਲ ਵਾਲੇ ਜਿਹੜੇ ਨੇ ਗੁਰੂ ਸਾਹਿਬ ਜੀ ਦੀ ਬਾਣੀ ਦੇ ਵਿਰੋਧ 'ਚ ਪ੍ਰਚਾਰ ਕਰਦੇ। ਬਾਬਾ ਦੀਪ ਸਿੰਘ ਜੀ ਤੋਂ ਵੱਡਾ ਤੇ ਭਾਈ ਮਨੀ ਸਿੰਘ ਜੀ ਤੋਂ ਵੱਡਾ ਕੋਈ ਸਿੱਖ ਹੋ ਨਹੀਂ ਸਕਦਾ। ਭਾਈ ਸੁੱਖਾ ਸਿੰਘ ਜੀ ਤੇ ਭਾਈ ਮਤਾਬ ਸਿੰਘ ਤੋਂ ਵੱਡਾ ਪੰਥ ਦਰਦੀ ਕੋਈ ਹੋ ਨਹੀਂ ਸਕਦਾ। ਉਹਨਾਂ ਸਿੰਘਾਂ ਪਿਆਰਿਆਂ ਦੇ ਫੈਸਲੇ ਕੀਤੇ ਹੋਏ ਅਸੀਂ ਮੋੜ ਨਹੀਂ ਸਕਦੇ। ਇਹ ਅਟਲ ਗੁਰੂ ਦੇ ਫੈਸਲੇ ਹਨ। ਸੋ ਅੱਜ ਬਾਬਾ ਦੀਪ ਸਿੰਘ ਜੀ ਮਹਾਰਾਜ ਮਹਾਂਪੁਰਸ਼ਾਂ ਦਾ ਜਨਮ ਦਿਨ ਹੈ। ਸਾਧ ਸੰਗਤ ਜੀ ਜਿਨ੍ਹਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਬੇਅਦਬੀ ਦੀ ਖਬਰ ਸੁਣ ਕੇ ਚਾਲੇ ਪਾ ਦਿੱਤੇ, ਜਹਾਨ ਖਾਨ ਨੂੰ ਮਾਰ ਕੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਤਲੀ ਤੇ ਧਰ ਕੇ ਜਦੋਂ ਸੀਸ ਉਤਰ ਗਿਆ ਨਾ ਤੇ ਕਹਿੰਦੇ ਕੋਲ ਭਾਈ ਦਿਆਲ ਸਿੰਘ ਜੀ ਖੜੇ ਸਨ। ਉਹਨਾਂ ਦੇ ਮੂੰਹ ਤੋਂ ਬਚਨ ਨਿਕਲਿਆ ਕਿ ਬਾਬਾ ਜੀ ਅਰਦਾਸ ਤਾਂ ਕੀਤੀ ਸੀ ਹਰਿਮੰਦਰ ਸਾਹਿਬ ਜਾਣ ਦੀ। ਕਹਿੰਦੇ ਜਦੋਂ ਤਰਨ ਤਾਰਨ ਤੋਂ ਦਲ ਤੁਰਿਆ 5000 ਸਿੰਘਾਂ ਦਾ ਦਲ ਸੀ। ਦਮਦਮੇ ਸਾਹਿਬ ਤੋਂ ਲੈ ਕੇ ਤਰਨ ਤਾਰਨ ਤੱਕ ਸਿੰਘ ਜੁੜਦੇ ਗਏ 5000 ਹੋ ਗਏ। 5000 ਖਾਲਸੇ ਨੇ ਸਰੋਵਰ ਤਰਨ ਤਾਰਨ ਇਸ਼ਨਾਨ ਕਰਕੇ ਅਰਦਾਸਾ ਕੀਤਾ ਬਾਬਾ ਦੀਪ ਸਿੰਘ ਨੇ ਕਿ ਹੇ ਗੁਰੂ ਰਾਮਦਾਸ ਮਹਾਰਾਜ, ਮੇਰਾ ਸੀਸ ਤੁਹਾਡੇ ਚਰਨਾਂ 'ਚ ਲੱਗੇਗਾ। ਮੈਂ ਹਰਿਮੰਦਰ ਸਾਹਿਬ ਆਵਾਂਗਾ ਤੇ ਮੇਰਾ ਸੀਸ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਚਰਨਾਂ 'ਚ ਲੱਗੇਗਾ। ਕਹਿੰਦੇ ਜਦੋਂ ਬਾਬਾ ਜੀ ਲਕੀਰ ਖਿੱਚ ਕੇ ਆਖਿਆ ਖਾਲਸਾ ਜੀ ਲਕੀਰ ਉਹ ਟੱਪਿਆ ਜੇ ਜਿਹਨੇ ਸ਼ਹੀਦੀ ਪਾਣੀ ਹੈ, ਜਿਹਨੂੰ ਆਪਣੇ ਬੱਚਿਆਂ ਦਾ, ਆਪਣੀ ਪਤਨੀ ਦਾ, ਆਪਣੇ ਪਰਿਵਾਰ ਦਾ, ਆਪਣੇ ਮਾਂ-ਬਾਪ ਦਾ ਮੋਹ ਹੈ, ਉਹ ਨਾ ਅੱਗੇ ਆਵੇ। ਜਿਹਨੇ ਮਰਨਾ ਪ੍ਰਵਾਨ ਕੀਤਾ ਹੈ, ਸਿਰ ਧਰ ਤਲੀ ਗਲੀ ਮੇਰੀ ਆਓ। 5000 ਖਾਲਸੇ ਨੇ ਲਕੀਰ ਟੱਪ ਦਿੱਤੀ, ਕੋਈ ਵੀ ਪਿੱਛੇ ਨਹੀਂ ਰਿਹਾ। ਕਹਿੰਦੇ ਗੁਰੂ ਰਾਮਦਾਸ ਦੇ ਚਰਨਾਂ 'ਚ ਸ਼ਹੀਦੀਆਂ ਪਾਵਾਂਗੇ, ਹਰਿਮੰਦਰ ਸਾਹਿਬ ਨੂੰ ਤੁਰਕਾਂ ਤੋਂ ਆਜ਼ਾਦ ਕਰਾਵਾਂਗੇ। ਖਾਲਸੇ ਦੀ ਫੌਜ ਤੁਰੀ। ਕਹਿੰਦੇ ਨੇ ਇੱਕ ਨੌਜਵਾਨ ਲਾਲ ਕੱਪੜਿਆਂ 'ਚ ਸੁੰਦਰ ਨੌਜਵਾਨ ਲੜਕੀ ਬਾਬਾ ਜੀ ਦੇ ਘੋੜੇ ਦੀ ਵਾਗ ਫੜ ਕੇ ਖਲੋ ਗਈ।
ਬਾਬਾ ਜੀ ਕਹਿੰਦੇ ਬੀਬੀ ਕੌਣ ਹੈ ਤੂੰ? ਉਹ ਕਹਿੰਦੀ ਤੂੰ ਮੈਨੂੰ ਪਛਾਣਦਾ ਨਹੀਂ? ਬਾਬਾ ਜੀ ਕਹਿੰਦੇ ਤੂੰ ਦੱਸ ਕੌਣ ਹੈ? ਕਹਿੰਦੀ ਮੈਂ ਭਾਵੀ ਹਾਂ, ਭਾਵੀ ਮੌਤ। ਮੈਂ ਰਾਵਣ ਨਹੀਂ ਛੱਡਿਆ, ਮੈਂ ਹਰਨਾਕਸ਼ ਨਹੀਂ ਛੱਡਿਆ, ਮੈਂ ਕੰਸ ਵਰਗਿਆਂ ਨੂੰ ਨਹੀਂ ਛੱਡਿਆ। ਦੁਨੀਆ ਤੇ ਬੜੇ ਬੜੇ ਬਲੀ ਹੋਏ ਨੇ, ਸਭ ਮਾਰ ਦਿੱਤੇ ਆ। ਤੇ ਮੈਨੂੰ ਹਰ ਬੰਦੇ ਦੇ ਸਵਾਸ ਦਾ ਪਤਾ ਵੀ ਕਿੰਨੇ ਸਵਾਸ ਲੈਣੇ ਨੇ ਤੇ ਉਹਨੇ ਕਿੱਥੇ ਮਰਨਾ ਹੈ। ਬਾਬਾ ਦੀਪ ਸਿੰਘ, ਜਿਹੜੀ ਤੂੰ ਅਰਦਾਸ ਕਰ ਬੈਠਾ ਹੈ ਵੀ ਮੈਂ ਹਰਿਮੰਦਰ ਸਾਹਿਬ ਜਾ ਕੇ ਸੀਸ ਦੇਣਾ, ਇਹ ਪੂਰੀ ਨਹੀਂ ਹੋਣੀ। ਕਿਉਂਕਿ ਮੈਨੂੰ ਪਤਾ ਹੈ ਕਿ ਮੈਂ ਤੈਨੂੰ ਚਾਰ ਕੋ ਉਰੇ ਹੀ ਮਾਰ ਦੇਣਾ ਹੈ। ਤੇਰੀ ਥਾਂ ਅੰਮ੍ਰਿਤਸਰ 'ਚ ਨਹੀਂ, ਤੇਰੀ ਥਾਂ ਗੋਲਵੜ ਦੇ ਚੱਬੇ ਦੇ ਚਟਾਲੇ ਦੇ ਵਿਚਕਾਰ ਹੈ, ਜਿੱਥੇ ਟਾਲਾ ਸਾਹਿਬ ਹੈ ਸਾਧ ਸੰਗਤ ਜੀ। ਕਹਿਣ ਲੱਗੀ ਮੈਂ ਉੱਥੇ ਤੇਰਾ ਸਿਰ ਵੱਢ ਦਿਆਂਗੀ, ਤੂੰ ਕੀ ਕਰੇਗਾ? ਤੇਰੀ ਅਰਦਾਸ ਨਹੀਂ ਪੂਰੀ ਹੋਣੀ। ਬਾਬਾ ਦੀਪ ਸਿੰਘ ਜੀ ਗੱਜ ਕੇ ਬੋਲੇ, ਕਹਿਣ ਲੱਗੇ ਤੇਰੇ ਵਰਗੀਆਂ ਲੱਖਾਂ ਹੋਣੀਆਂ ਖਾਲਸੇ ਦੇ ਅੱਗੇ ਹਾਰ ਗਈਆਂ ਨੇ, ਤੂੰ ਹੋਣੀ ਹੈ ਨਾ, ਤੂੰ ਆਪਣਾ ਜ਼ੋਰ ਲਾ ਲਵੀਂ। ਮੇਰਾ ਸਤਿਗੁਰੂ ਰਾਮਦਾਸ ਪੂਰਾ ਹੈ, ਉਹ ਮੇਰੀ ਅਰਦਾਸ ਬਿਰਥੀ ਨਹੀਂ ਜਾਣ ਦੇਵੇਗਾ। ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਅਰਦਾਸ ਪੂਰੀ ਹੋਵੇਗੀ। ਸਾਧ ਸੰਗਤ ਜੀ, ਜਦੋਂ ਚਾਰ ਕੋ ਰਹਿ ਗਿਆ ਸੀ ਅੰਮ੍ਰਿਤਸਰ, ਬਾਬੇ ਦੀਪ ਸਿੰਘ ਦਾ ਸੀਸ ਉਤਰ ਗਿਆ। ਦਿਆਲ ਸਿੰਘ ਕੋਲ ਖੜਾ ਸੀ, ਉਹ ਕਹਿੰਦਾ ਬਾਬਾ ਜੀ ਅਰਦਾਸ ਕੀਤੀ ਸੀ ਹਰਿਮੰਦਰ ਸਾਹਿਬ ਜਾ ਕੇ ਸੀਸ ਦਿਆਂਗੇ, ਇੱਥੇ ਡੇਰੇ ਲਾ ਲਏ ਨੇ। ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਅਨੋਖਾ ਕ੍ਰਿਸ਼ਮਾ ਵਰਤਿਆ ਕਿ ਬਾਬਾ ਜੀ ਦਾ ਸਰੀਰ ਹਿੱਲਿਆ, ਖੜੇ ਹੋਏ, ਖੱਬੇ ਹੱਥ ਦੇ ਉੱਤੇ ਸੀਸ ਧਰ ਲਿਆ ਤੇ ਖੱਬੇ ਹੱਥ ਤੇ ਸੀਸ ਧਰ ਕੇ ਸੱਜੇ ਹੱਥ ਖੰਡਾ ਫੜ ਲਿਆ। ਵੈਰੀ ਦਲਾਂ 'ਚ ਭਾਜੜਾਂ ਪੈ ਗਈਆਂ, ਓਏ ਸਿੱਖ ਤੇ ਮਰੇ ਹੋਏ ਜਿਉਂਦੇ ਹੋ ਗਏ ਨੇ, ਉੱਠ ਕੇ ਲੜਨ ਲੱਗ ਪਏ ਨੇ। ਬਸ ਵੜ ਰੱਖ ਦਿੱਤੀ। ਖਾਲਸਾ ਜਕਾਰੇ ਕ ਜਾਂਦਾ ਪਲੋ ਪਲੀ ਸ੍ਰੀ ਹਰਿਮੰਦਰ ਸਾਹਿਬ ਜਾ ਪਹੁੰਚਿਆ ਤੇ ਸੀਸ ਪਰਿਕਰਮਾ 'ਚ ਦੇ ਕੇ ਬਾਬਾ ਜੀ ਜੋਤੀ ਜੋਤ ਸਮਾ ਗਏ। ਬੋਲੇ ਸੋ ਨਿਹਾਲ। ਸ੍ਰੀ ਅਕਾਲ। ਖਾਲਸਾ ਜੀ, ਦੁਨੀਆ ਦੇ ਇਤਿਹਾਸ ਐਸੀ ਕੋਈ ਮਿਸਾਲ ਨਹੀਂ ਮਿਲਦੀ। ਇੱਕ ਵਾਰੀ ਅੰਗਰੇਜ਼ਾਂ ਨੇ ਸਾਡੇ ਹਿੰਦੁਸਤਾਨ ਦੀਆਂ ਸਾਰੀਆਂ ਫੌਜਾਂ ਦੇ ਜਰਨਲ ਕਰਨਲ ਇਕੱਠੇ ਕੀਤੇ। ਜਿੰਨੀਆਂ ਵੀ ਗੋਰਖਿਆਂ ਦੀਆਂ ਰੈਜੀਮੈਂਟਾਂ, ਜਾਟਾਂ ਦੀਆਂ ਫੌਜਾਂ, ਰਾਜਪੂਤਾਂ ਦੀਆਂ, ਮਰਾਠਿਆਂ ਦੀਆਂ, ਪਠਾਣਾਂ ਦੀਆਂ, ਸਿੱਖਾਂ ਦੀਆਂ, ਜਿੰਨੀਆਂ ਵੀ ਫੌਜਾਂ ਨੇ, ਉਹਨਾਂ ਦੀਆਂ ਸਾਰੀਆਂ ਕੰਪਨੀਆਂ ਦੇ ਜਿਹੜੇ ਆਫੀਸਰ ਸਨ ਉਹ ਇਕੱਠੇ ਹੋਏ। ਸਾਰਿਆਂ ਨੇ ਆਪਣਾ ਆਪਣਾ ਇਤਿਹਾਸ ਤੇ ਆਪਣੀ ਆਪਣੀ ਬਹਾਦਰੀ ਦੇ ਕਿੱਸੇ ਸੁਣਾਏ। ਜਦੋਂ ਮਰਾਠਿਆਂ ਦੀ ਵਾਰੀ ਆਈ, ਉਹ ਸਭ ਤੋਂ ਚੌੜੇ ਹੋ ਕੇ ਬੋਲੇ, ਕਹਿੰਦੇ ਅਸੀਂ ਹਾਂ ਮਰ ਹਟੇ, ਮਰ ਕੇ ਹਟਣ ਵਾਲੇ। ਅਸੀਂ ਮਰ ਕੇ ਹਟਦੇ ਹਾਂ, ਵੈਸੇ ਲੜਾਈ 'ਚ ਅਸੀਂ ਪਿੱਛੇ ਨਹੀਂ ਹਟਦੇ। ਉਸ ਤੋਂ ਬਾਅਦ ਇੱਕ ਸਿੰਘ ਦੀ ਵਾਰੀ ਆਈ। ਉਹ ਕਹਿਣ ਲੱਗਾ, ਮਰਾਠਿਓ ਤੁਸੀਂ ਮਰ ਕੇ ਹਟ ਤੇ ਜਾਂਦੇ ਹੋ ਨਾ, ਪਰ ਬਾਬਾ ਦੀਪ ਸਿੰਘ ਮਰ ਕੇ ਵੀ ਨਹੀਂ ਹਟਿਆ, ਖਾਲਸਾ ਮਰ ਕੇ ਵੀ ਨਹੀਂ ਹਟਦਾ। ਤੁਸੀਂ ਮਰ ਕੇ ਹਟ ਗਏ। ਇਹ ਗੁਰੂ ਕੀ ਫੌਜ ਐਸੀ ਹੈ ਵੀ ਮਰ ਕੇ ਵੀ ਨਹੀਂ ਹਟਦੇ। ਸੋ ਸਾਧ ਸੰਗਤ ਜੀ, ਬਾਬਾ ਦੀਪ ਸਿੰਘ ਜੀ ਵਰਗੇ ਮਹਾਨ ਸ਼ਹੀਦਾਂ ਸਿੰਘਾਂ ਦਾ ਅੱਜ ਜਨਮ ਦਿਨ ਹੈ। ਲੱਖ ਲੱਖ ਵਧਾਈ ਹੋਵੇ। ਇੱਥੇ ਬਾਬਾ ਜੀ ਬਾਬਾ ਜੀਤ ਸਿੰਘ ਜੀ ਨੇ ਵੀ ਅੱਜ ਜਨਮ ਦਿਨ ਮਨਾਉਣਾ ਹੈ। ਕੱਲ੍ਹ ਨਗਰ ਕੀਰਤਨ ਹੋਇਆ ਹੈ, ਉੱਥੇ ਵੀ ਆਪ ਜੀ ਹਾਜ਼ਰੀ ਭਰੋਗੇ। ਗੁਰੂ ਸਾਹਿਬ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ